Hello, friends. Welcome to Approach to Crack IELTS. And first of all, very happy New Year to everyone. ਵਾਹਿਗੁਰੂ ਤੁਹਾਡਾ ਇਹ ਸਾਲ ਬਹੁਤ ਵਧੀਆ ਲੈ ਕੇ ਆਏ and ਚਲੋ let's start with the our essay discussion without wasting any time. So ਇਹ particular essay ਜੋ ਹੈ 24th of December ਨੂੰ ਆਇਆ ਸੀ evening slot ਦੇ ਵਿੱਚ and this is a very interesting essay because it's kinda related to the current scenario which is going on around the world. So ਅਸੀਂ ਉਹਨਾਂ ਦੀ examples ਨੂੰ use ਕਰਕੇ ਆਪਣੀ ਇਸ essay ਨੂੰ ਬਹੁਤ ਵਧੀਆ frame ਕਰ ਸਕਦੇ ਹਾਂ quite mark scoring. So chalo, let's start, let's discuss. The essay is some people believe that climate has the greatest effect on climate actually has the greatest effect on people's way of life. Okay, but others believe that economy, the one is climate and one is economy of the region, has the greatest effect. So discuss both views and give your opinion. So ऐसे type की होगी both views and give your opinion. So ਇਹਦੇ ਵਿੱਚ ਤੁਸੀਂ ਆਪਣੇ views ਦੋਨों points ਤੇ ਦੱਸਣੀ ਹੈ ਤੇ ਨਾਲ ਦੀ ਨਾਲ ਆਪਣਾ opinion ਵੀ ਦੇਣਾ ਹੈ. So I have already discussed this type of essay ਜਿਹਦੇ ਵਿੱਚ ਤੁਸੀਂ ਮਤਲਬ minimum 3 paragraphs create ਕਰਨੇ ਹੁੰਦੇ ਆ and one paragraph will tell you in which you will explain the climate effects and second you will explain the economy effect and ਲਾਸਟ ਦੇ ਵਿੱਚ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੋ ਔਰ ਤੁਸੀਂ ਚਾਹੋ ਤੇ ਆਪਣੀ ਓਪੀਨੀਅਨ ਨੂੰ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਵੀ ਦੱਸ ਸਕਦੇ ਹੋ ਕਿ what exactly you meant because ਜੇਕਰ ਪੁਆਇੰਟਸ ਦੀ ਰਿਪੀਟੀਸ਼ਨ ਹੋਏ ਤੇ ਉਹ ਚੀਜ਼ ਨੂੰ ਅਵੋਇਡ ਕਰਨ ਲਈ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਔਰ ਜੇ ਤੁਸੀਂ ਬੈਲੈਂਸਡ ਓਪੀਨੀਅਨ ਦੇਣਾ ਹੋਏ ਜਿਵੇਂ ਕਿ if you have listening to my videos earlier videos so you must be knowing that I always recommend to have balanced opinion. Why balanced opinion? ਕਿਉਂਕਿ ਜੋ ਬੈਲੈਂਸਡ ਓਪੀਨੀਅਨ ਹੁੰਦਾ ਹੈ ਨਾ ਉਸਦੇ ਨਾਲ ਕੀ ਹੈ ਕਿ ਤੁਹਾਡੀ ਇਹ ਕੋਈ ਵੀ ਐਕਸਟਰਾ ਪੁਆਇੰਟਸ ਬਣ ਜਾਂਦੇ ਨੇ ਹੈਨਾ ਔਰ ਤੁਸੀਂ ਕੋਈ ਸਾਈਡ ਨਹੀਂ ਲਓਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਪਾਰਟਿਕੂਲਰ ਸਾਈਡ ਵੱਲ ਤੁਸੀਂ ਬੈਂਡ ਨਹੀਂ ਹੁੰਦੇ ਸੋ ਚਲੋ ਪਹਿਲਾਂ ਹੀ ਸ਼ੁਰੂ ਕਰਦੇ ਹਾਂ ਕਲਾਈਮੇਟ ਇਫੈਕਟਸ ਤੇ ਦੇਖੋ ਜਿਲੇ ਕਦੀ ਇਸ ਤਰ੍ਹਾਂ ਦਾ ਐਸੇ ਆ ਜਾਂਦਾ ਹੈ ਔਨ ਪਾਰਟਿਕੂਲਰਲੀ ਬੇਸਡ ਔਨ ਇਫੈਕਟ ਤਾਂ ਤੁਸੀਂ ਧਿਆਨ ਦੇਣਾ ਹੁੰਦਾ ਹੈ ਕਿ ਦੋਨੋਂ ਤਰੀਕੇ ਦੀ ਇਫੈਕਟਸ ਦੀ ਅਸੀਂ ਗੱਲ ਕਰ ਸਕਦੇ ਹਾਂ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ ਠੀਕ ਹੈ ਪੋਜ਼ਿਟਿਵ ਦੇਖੋ ਹੁਣ ਲੋਕਾਂ ਦੀ ਜ਼ਿੰਦਗੀ ਤੇ ਕਲਾਈਮੇਟ ਦਾ ਕਿਵੇਂ ਇਫੈਕਟ ਪੈਂਦਾ ਜੇ ਅਸੀਂ ਫੇਵਰੇਬਲ ਕਲਾਈਮੇਟ ਦੀ ਗੱਲ ਕਰੀਏ ਮਤਲਬ ਪੋਜ਼ਿਟਿਵ ਐਂਗਲ ਦੀ ਗੱਲ ਕਰੀਏ ਤੇ ਆਫ ਕੋਰਸ ਜੇ ਕਲਾਈਮੇਟ ਵਧੀਆ ਤੇ ਉਹ ਰੀਜਨ 'ਚ ਉਹ ਏਰੀਆ ਦੀ ਪ੍ਰੋਡਕਟਿਵਿਟੀ ਵੱਧਦੀ ਆ ਹੈਨਾ ਫਸਲ ਬੂਟੇ ਉਹ ਸਭ ਦੀ ਪ੍ਰੋਡਕਟਿਵਿਟੀ ਜ਼ਿਆਦਾ ਹੁੰਦੀ ਆ ਅਲਟੀਮੇਟਲੀ ਉਹ ਏਰੀਆ ਦੀ ਗਰੋਥ ਹੁੰਦੀ ਆ ਉਹ ਏਰੀਆ ਦੇ ਲੋਕਾਂ ਤੋਂ ਡਿਫਰੈਂਟ ਟਾਈਪ ਆਫ ਰਿਸੋਰਸਿਸ ਹੁੰਦੇ ਆ ਖਾਣ ਨੂੰ ਹੁੰਦਾ ਪਹਿਨਣ ਨੂੰ ਹੁੰਦਾ ਘਰ ਹੁੰਦਾ ਸਭ ਹੁੰਦਾ ਸੋ ਏਰੀਆ ਡਿਵੈਲਪਡ ਹੁੰਦਾ ਕਾਈਂਡ ਆਫ ਥਿੰਗ ਰਾਈਟ ਸੋ ਜੇਕਰ ਅਸੀਂ ਇੱਕ ਐਗਜ਼ਾਮਪਲ ਦੇ ਦਈਏ ਸਪ੍ਰਿੰਗ ਸੀਜ਼ਨ ਦੀ ਤੇ ਸਪ੍ਰਿੰਗ ਸੀਜ਼ਨ ਔਰ ਕਲਾਈਮੇਟ ਸਪ੍ਰਿੰਗ ਵਾਲਾ ਕਲਾਈਮੇਟ ਕਿਵੇਂ ਇਫੈਕਟ ਹੁੰਦਾ ਕਿਉਂਕਿ ਇੱਕ ਹਾਰਵੈਸਟਿੰਗ ਸੀਜ਼ਨ ਹੁੰਦਾ ਹੈ ਨਾ ਫੇਵਰੇਬਲ ਕਲਾਈਮੇਟ ਹੈ ਲੋਕ ਐਗਰੀਕਲਚਰ ਦੀ ਪ੍ਰੋਡਕਟਿਵਿਟੀ ਹੁੰਦੀ ਹੈ ਉਹ ਟਾਈਮ ਤੇ ਵਿੰਟਰ ਸੀਜ਼ਨ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਫੈਸਟੀਵਲਸ ਹੁੰਦੇ ਆ ਵੈਡਿੰਗ ਹੁੰਦਾ ਤੇ ਅਫਕੋਰਸ ਲੋਕਾਂ ਦੇ ਰਹਿਣ ਸਹਿਣ ਦੇ ਉੱਤੇ ਕਲਾਈਮੇਟ ਦਾ ਡਾਇਰੈਕਟ ਇੰਪੈਕਟ ਹੈ ਨਾ ਅਫਕੋਰਸ ਜੇ ਵਧੀਆ ਕਲਾਈਮੇਟ ਹੋਏਗਾ ਤੇ ਵਧੀਆ ਗਰੋਥ ਹੋਏਗੀ ਲੋਕਾਂ ਦੀ ਲੋਕੀ ਖੁਸ਼ ਰਹਿਣਗੇ ਉਹ ਸਭ ਕੁਝ ਹੋਏਗਾ ਔਰ ਜੇਕਰ ਅਸੀਂ ਅਨਫੇਵਰੇਬਲ ਮਤਲਬ ਕਿ ਜੇਕਰ ਅਸੀਂ ਅਨਫੇਵਰੇਬਲ ਕਲਾਈਮੇਟ ਦੀ ਗੱਲ ਕਰਦੀ ਹੈ ਕਿ ਕਲਾਈਮੇਟ ਸਹੀ ਨਹੀਂ ਹੈ ਫਿਰ ਕੀ ਹੁੰਦਾ ਫਿਰ ਵੀ ਸੋਸਾਇਟੀ ਤੇ ਇੰਪੈਕਟ ਪੈਂਦਾ ਹੈ ਅਨਫੇਵਰੇਬਲ ਕੀ ਹੋ ਸਕਦਾ ਹੈ ਸਪੋਜ਼ ਬਹੁਤ ਜ਼ਿਆਦਾ ਬਾਰਿਸ਼ ਆ ਰਹੀ ਹੈ ਜਾਂ ਸਪੋਜ਼ ਬਹੁਤ ਜ਼ਿਆਦਾ ਸਨੋ ਆ ਰਹੀ ਹੈ ਸਨੋ ਪੈ ਰਹੀ ਹੈ ਨਾ ਹੁਣ ਜੇ ਮੈਂ ਤੁਹਾਨੂੰ ਦੱਸਾਂ ਕਿ ਕਰੰਟਲੀ ਕਿਵੇਂ ਤੁਸੀਂ ਰਿਲੇਟ ਕਰ ਸਕਦੇ ਹੋ ਤੇ ਅੱਜ ਜੇਕਰ ਮੈਂ ਕਹਾਂ ਕਿ ਅੱਜ ਦੀ ਡੇਟ ਦੇ ਵਿੱਚ USA ਔਰ ਕੈਨੇਡਾ ਦੇ ਵਿੱਚ ਵਿੰਟਰ ਸਟਾਰਮ ਬਹੁਤ ਦੇਖਣ ਨੂੰ ਮਿਲ ਰਿਹਾ USA ਦੇ ਵਿੱਚ ਵੈਂਕੂਵਰ ਦੇ ਵਿੱਚ ਸਪੈਸੀਫਿਕਲੀ ਕੈਨੇਡਾ ਦੇ ਏਰੀਆ ਦੇ ਵਿੱਚ ਕੀ ਹੋ ਰਿਹਾ ਕਿ ਵਿੰਟਰ ਸਟਾਰਮਸ ਆ ਰਹੇ ਹਨ ਸਨੋ ਸਟਾਰਮਸ ਆ ਰਹੇ ਹਨ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਦੇ ਰਹਿਣੇ ਸਹਿਣੇ ਇੰਪੈਕਟ ਪੈ ਰਿਹਾ ਉਹਨਾਂ ਦੀ ਰਹਿਣੀ ਸਹਿਣੀ ਤੋਂ ਲਾਈਫ ਤੇ ਇੰਪੈਕਟ ਪੈ ਰਿਹਾ ਹੈ ਨਾ ਸਟੇਟ ਆਫ ਐਮਰਜੈਂਸੀ ਤੱਕ ਇਵਨ ਡਿਕਲੇਅਰ ਹੋ ਚੁੱਕੀ ਹੈ ਕਈ ਸਟੇਟਸ ਦੇ ਵਿੱਚ ਕੈਨੇਡਾ ਦੇ ਕਈ ਸਟੇਟਸ 'ਚ USA 'ਚ ਬਹੁਤ ਐਂਡ ਆਫਟਰ years of gap ਇਹ ਚੀਜ਼ ਦੇਖਣ ਨੂੰ ਮਿਲੀ ਹੈ ਜਿਹਦੇ ਕਰਕੇ ਕੀ ਹੋ ਜਾਂਦਾ ਹੈ loss of connective electricity is there ਠੀਕ ਹੈ loss of transportation facilities are there ਸੋ ਉਹਦੇ ਨਾਲ ultimately ਕੀ ਹੁੰਦਾ ਹੈ ਫਿਰ people ਦੇ ਰਹਿਣੇ ਸਹਿਣੇ ਤੇ direct impact ਪੈਂਦਾ ਹੈ ਸਮਝੇ so this is how also you can create examples as well while framing your point you can give this type of example no doubt in that because you are telling the reader actually ਕਿ unfavorable climate ਕਿਵੇਂ impact ਪਾਉਂਦਾ ਲੋਕਾਂ ਦੀ life 'ਚ and this is what the demand of the essay so this is how ਤੁਸੀਂ climate ਦੇ points ਨੂੰ cover ਕਰ ਸਕਦੇ ਹੋ
ਠੀਕ ਹੈ। ਹੁਣ ਜੇਕਰ ਅਸੀਂ ਇਕੋਨਮੀ ਦੀ ਐਂਗਲ ਤੋਂ ਦੇਖੀਏ, ਜੇਕਰ ਅਸੀਂ ਇਕੋਨਮੀ ਦੇ ਐਂਗਲ ਤੋਂ ਦੇਖੀਏ, ਦਿਸ ਇਜ਼ ਆਲਸੋ ਵੈਰੀ ਕਲੀਅਰ ਕਿ ਜੇਕਰ ਅਸੀਂ ਕਹੀਏ ਕਿ ਡਿਵੈਲਪਡ ਇਕੋਨਮੀ ਹੈ ਨਾ, ਡਿਵੈਲਪਡ ਔਰ ਡਿਵੈਲਪਿੰਗ ਇਕੋਨਮੀ ਦਾ ਤੁਹਾਨੂੰ ਟਰਮ ਪਤਾ ਹੋਏਗੀ, ਤੁਸੀਂ ਇਸ ਤਰ੍ਹਾਂ ਦੀਆਂ ਟਰਮਸ ਵੀ ਯੂਜ਼ ਕਰ ਸਕਦੇ ਹੋ ਵਿਦਿਨ ਯੋਰ ਐਸੇ। ਜੇ ਅਸੀਂ ਡਿਵੈਲਪਿੰਗ ਇਕੋਨਮੀ ਕਹੀਏ ਤੇ ਉਹਦਾ ਕਿਵੇਂ ਇੰਪੈਕਟ ਪੈਂਦਾ ਹੈ, ਮਤਲਬ ਡਿਵੈਲਪਿੰਗ ਇਕੋਨਮੀ ਮਤਲਬ ਇਕੋਨਮੀ, ਉਹ ਕੰਟਰੀ ਦੇ ਵਿੱਚ ਰਿਸੋਰਸਿਸ ਹੈਗੇ ਆ, ਲੋਕਾਂ ਕੋਲੋਂ ਪੈਸਾ ਹੈਗਾ, ਲੋਕਾਂ ਕੋਲੋਂ ਜੌਬਸ ਹੈਗੀਆਂ, ਠੀਕ ਹੈ, ਲੋਕਾਂ ਕੋਲੋਂ ਰਹਿਣ ਲਈ ਘਰ ਹੈਗੇ ਆ, ਪੋਵਰਟੀ ਦਾ ਰੇਟ ਘੱਟ ਆ, ਇੰਪਲੋਇਮੈਂਟ ਰੇਟ ਜ਼ਿਆਦਾ ਹੈ, ਠੀਕ ਹੈ। ਦਿਸ ਇਜ਼ ਹਾਊ ਵੀ ਕੈਨ ਡਿਫਾਈਨ ਅ ਡਿਵੈਲਪਿੰਗ ਔਰ ਅ ਡਿਵੈਲਪਡ ਇਕੋਨਮੀ। ਟ੍ਰੇਡ, ਇੰਪੋਰਟ ਐਕਸਪੋਰਟ ਵੀ ਉਹ ਕੰਟਰੀ ਦਾ ਇੰਟਰਨੈਸ਼ਨਲ ਵਿਦਿਨ ਕੰਟਰੀ ਜ਼ਿਆਦਾ ਹੈ ਨਾ। ਸੋ ਉਹ ਇਕੋਨਮੀ ਕੀ ਹੈ, ਗਰੋਇੰਗ ਹੈ, ਡਿਵੈਲਪਿੰਗ ਨੇਸ਼ਨ ਹੈ, ਕੀ ਹੈ, ਜੀਡੀਪੀ ਦੀ ਗਰੋਥ ਵਧੀਆ ਹੋਏਗੀ, ਟ੍ਰੇਡ ਵਧੀਆ ਹੋਏਗਾ, ਲੋਕਾਂ ਕੋਲੋਂ ਇੰਪਲੋਇਮੈਂਟ ਹੋਏਗੀ, ਉਹ ਇਕੋਨਮੀ ਸਟੇਬਲ ਹੋਏਗੀ, ਸੌਰੀ ਸਟੇਬਲ ਦੀ ਸਪੈਲਿੰਗ ਗਲਤ ਹੈ, ਉਹ ਇਕੋਨਮੀ ਸਟੇਬਲ ਹੋਏਗੀ, ਤੇ ਉਸ ਤੋਂ ਬਾਅਦ ਉੱਥੇ ਦੇ ਲੋਕਾਂ ਦੇ ਕੋਲੋਂ ਇਨਕਮ ਜ਼ਿਆਦਾ ਹੋਏਗੀ, ਹੈ ਨਾ, ਉਹਨਾਂ ਦੇ ਗ੍ਰੋਸ ਜਿਵੇਂ ਕਹਿ ਲਓ ਕਿ ਹੈਪੀਨੈਸ ਇੰਡੈਕਸ ਜ਼ਿਆਦਾ ਹੋਏਗਾ, ਲੋਕੀ ਖੁਸ਼ ਹੋਣਗੇ ਉਹ ਕੰਟਰੀ ਦੇ ਵਿੱਚ, ਹੈ ਨਾ। ਹੁਣ ਜੇਕਰ ਅਸੀਂ ਜਾਪਾਨ ਵਰਗੀਆਂ ਕੰਟਰੀਜ਼ ਦੀ ਗੱਲ ਕਰੀਏ, ਜਾਂ ਹਰ ਕੋਈ USA ਕਿਉਂ ਆਉਣਾ ਚਾਹੁੰਦਾ, ਹਰ ਕੋਈ ਕੈਨੇਡਾ ਕਿਉਂ ਆਉਣਾ ਚਾਹੁੰਦਾ, ਓਨਲੀ ਬਿਕੋਜ਼ ਸੱਚ ਨੇਸ਼ਨਸ ਆਰ ਡਿਵੈਲਪਡ, ਉੱਥੇ ਨੌਕਰੀ ਹੈ, ਰਹਿਣਾ ਸਹਿਣਾ ਵਧੀਆ ਹੈ, ਹਾਈ ਸਟੈਂਡਰਡ ਆਫ ਲਿਵਿੰਗ ਹੈ, ਸਭ ਕੁਛ ਹੈ ਜੋ ਹਰ ਇੱਕ ਪਰਸਨ ਐਕਸਪੈਕਟ ਕਰਦਾ ਹੈ। ਸੋ ਦੈਟ ਇਜ਼ ਵਾਈ ਇੱਕ ਪਰਟੀਕੂਲਰ ਜੋ ਇਕੋਨਮੀ ਆਫ ਦ ਰੀਜਨ, ਮਤਲਬ ਇੱਕ ਏਰੀਆ ਦੀ ਇਕੋਨਮੀ ਦਾ ਡਾਇਰੈਕਟ ਇਫੈਕਟ ਕਿਵੇਂ ਪੈਂਦਾ ਲੋਕਾਂ ਤੇ, ਕਿ ਲੋਕੀ ਸੈਟਿਸਫਾਈਡ ਹੁੰਦੇ ਆ, ਲੋਕੀ ਖੁਸ਼ ਹੁੰਦੇ ਆ ਜੇਕਰ ਉਹ ਡਿਵੈਲਪਡ ਇਕੋਨਮੀ ਹੈ ਨਾ, ਜਾਂ ਫਿਰ ਉਹ ਇਕੋਨਮੀ 'ਚ ਗਰੋਥ ਹੋ ਰਹੀ ਹੈ, ਲੋਕੀ ਉੱਥੇ ਰਹਿਣਾ ਚਾਹੁੰਦੇ ਆ, ਹੈ ਨਾ। ਦਿਸ ਇਜ਼ ਹਾਊ ਦੇਅਰ ਲਾਈਫ ਵਿਲ ਬੀ ਇਫੈਕਟਿਡ। ਔਰ ਜੇਕਰ ਅਸੀਂ ਅੰਡਰ ਡਿਵੈਲਪਡ ਔਰ ਪੂਅਰ ਨੇਸ਼ਨਸ ਦੀ ਗੱਲ ਕਰ ਲਈਏ ਤੇ ਆਫ ਕੋਰਸ ਦ ਇਕੋਨਮੀ ਇਜ਼ ਅਨਸਟੇਬਲ, ਇਕੋਨਮੀ ਤੋਂ ਰਿਸੋਰਸਿਸ ਨਹੀਂ ਹੈਗੇ, ਅਨਇੰਪਲੋਇਮੈਂਟ ਹੈ, ਇਨਫਲੇਸ਼ਨ ਜ਼ਿਆਦਾ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਕਿ ਜਿਵੇਂ ਸਾਡੇ ਜੋ ਪੂਅਰ ਨੇਸ਼ਨਸ ਹੈ, ਇੱਕ ਤੁਹਾਨੂੰ ਪਤਾ ਹੋਏਗਾ ਜੇ ਤੁਸੀਂ ਨਿਊਜ਼ ਸੁਣ ਰਹੇ ਹੋ ਕਿ ਕਰੰਟਲੀ ਦ ਰਿਸੈਸ਼ਨ is actually started in USA and is going to impact rest of the world as well with the passage of time in this coming year। तो ਕੀ ਹੋਏਗਾ ਕਿ ਸਭ ਤੋਂ ਜ਼ਿਆਦਾ ਹਿੱਟ ਕਿਹਨੂੰ ਹੁੰਦਾ, ਗਰੀਬ ਨੇਸ਼ਨਸ ਨੂੰ ਹਿੱਟ ਹੁੰਦਾ ਹੈ ਨਾ, ਔਰ ਇੰਪੈਕਟ ਵੀ ਜ਼ਿਆਦਾ ਉਹਨਾਂ ਨੂੰ ਪੈ ਸਕਦਾ ਕਿਉਂਕਿ ਇਨਫਲੇਸ਼ਨ ਆਉਂਦੀ ਹੈ, ਇਨਫਲੇਸ਼ਨ ਮਤਲਬ ਮਹਿੰਗਾਈ, ਮਹਿੰਗਾਈ ਹੋਏਗੀ, ਚੀਜ਼ਾਂ ਮਹਿੰਗੀਆਂ ਹੋਣਗੀਆਂ ਤੇ ਇੱਕ ਪੂਅਰ ਪਰਸਨ ਉਹਨੂੰ ਅਫੋਰਡ ਨਹੀਂ ਕਰ ਸਕਦਾ। ਔਰ ਜੇਕਰ ਇਕੋਨਮੀ 'ਚ ਇੰਬੈਲੈਂਸ ਹੋ ਗਿਆ ਤੇ ਫਿਰ ਕੀ ਹੋਏਗਾ, ਪੂਅਰ ਜ਼ਿਆਦਾ ਪੂਅਰ ਹੋਈ ਜਾਂਦੇ ਆ ਔਰ ਜੋ ਰਿਚ ਹੈ ਉਹ ਜ਼ਿਆਦਾ ਰਿਚ ਹੋਈ ਜਾਂਦੇ ਆ, ਔਰ ਇਹਦੇ ਨਾਲ ਕੀ ਪੈਂਦਾ ਅਲਟੀਮੇਟਲੀ ਜੋ ਹੈ ਉੱਥੇ ਦੇ ਲੋਕਾਂ ਤੇ ਇੰਪੈਕਟ ਪੈਂਦਾ, ਉਹਨਾਂ ਦੇ ਰਹਿਣੇ ਸਹਿਣੇ ਤੇ, ਉਹਨਾਂ ਦੇ ਵੇ ਆਫ ਲਿਵਿੰਗ, ਹਰ ਇੱਕ ਚੀਜ਼ ਤੇ ਇੱਕ ਬਹੁਤ ਹੀ ਜ਼ਿਆਦਾ ਇੰਪੈਕਟ ਪੈਂਦਾ। ਸੋ ਇਸ ਹਿਸਾਬ ਦੇ ਨਾਲ ਵੀ ਤੁਸੀਂ ਸੋਚ ਸਕਦੇ ਹੋ ਕਿ ਇਹ ਚੀਜ਼ਾਂ ਦਾ ਕਿਵੇਂ ਇੰਪੈਕਟ ਪੈਂਦਾ। ਸਮਝ ਆਈ, ਮਤਲਬ ਆਈ ਹੋਪ ਕਿ ਯੂ ਆਰ ਵੈਰੀ ਮਚ ਕਲੀਅਰ ਵਿਦ ਦਿਸ ਥਿੰਗ। ਔਰ ਐਗਜ਼ਾਮਪਲਸ ਦੀ ਗੱਲ ਕਰਾਂ ਜੇਕਰ, ਸੌਰੀ ਵੱਡਾ ਹੋ ਗਿਆ, ਜੇ ਮੈਂ ਐਗਜ਼ਾਮਪਲਸ ਦੀ ਗੱਲ ਕਰਾਂ ਕਿ ਤੁਸੀਂ ਐਗਜ਼ਾਮਪਲਸ ਨੂੰ ਕਿਵੇਂ ਫਰੇਮ ਕਰ ਸਕਦੇ ਹੋ, examples ਨੂੰ ਤੁਸੀਂ ਕਿਵੇਂ frame ਕਰ ਸਕਦੇ ਹੋ, there are so many ways to frame the examples and that exactly is here। ਇਕੋਨਮੀ ਦੇ ਉੱਤੇ ਜੇਕਰ ਅਸੀਂ ਇਕੋਨਮੀ ਦੀ ਐਗਜ਼ਾਮਪਲਸ ਦੀ ਗੱਲ ਕਰੀਏ ਤੇ ਤੁਸੀਂ ਉਹਦੇ ਵਿੱਚ ਇਸ ਤਰ੍ਹਾਂ ਦੀ ਐਗਜ਼ਾਮਪਲ ਪਾ ਸਕਦੇ ਹੋ ਕਿ ਸਟੇਬਲ ਇਕੋਨਮੀ, ਅਨਸਟੇਬਲ ਇਕੋਨਮੀ ਕਿਹੜੀ ਹੈ, ਡਿਵੈਲਪਡ ਨੇਸ਼ਨਸ ਕਿਹੜੇ ਹੈ, ਉਹਨਾਂ ਦੀ ਉਸ ਤਰੀਕੇ ਦੀ ਐਗਜ਼ਾਮਪਲਸ ਪਾ ਸਕਦੇ ਹੋ, ਠੀਕ ਹੈ। ਔਰ ਜੇਕਰ ਅਸੀਂ ਗੱਲ ਕਰੀਏ ਕਲਾਈਮੇਟ ਦੀ, ਤੇ ਜੋ ਮੈਂ ਤੁਹਾਨੂੰ ਐਕਸਪਲੇਨ ਕੀਤਾ ਸੀ ਕਿ ਫੇਵਰੇਬਲ ਕਲਾਈਮੇਟ ਔਰ ਅਨਫੇਵਰੇਬਲ ਕਲਾਈਮੇਟ ਕਿਵੇਂ ਹੋ ਗਿਆ, ਕਿ ਅਨਫੇਵਰੇਬਲ ਕਲਾਈਮੇਟ ਦਾ ਮਤਲਬ ਅਸੀਂ ਇਸ ਨੂੰ ਵੀ ਕਹਿ ਸਕਦੇ ਹਾਂ ਕਿ ਜੋ ਜਿਵੇਂ ਡਿਜ਼ਾਸਟਰ ਆ ਜਾਣਾ, ਜਿਵੇਂ ਹੈ ਨਾ ਬਹੁਤ ਜ਼ਿਆਦਾ ਅਰਥਕੁਏਕ ਆ ਜਾਣਾ, ਜਾਂ ਬਹੁਤ ਜ਼ਿਆਦਾ ਬਾਰਿਸ਼ ਹੋ ਜਾਣੀ, ਬਹੁਤ ਜ਼ਿਆਦਾ ਸਨੋ ਹੋ ਜਾਣਾ, that is kind of unfavorable climates, ਠੀਕ ਹੈ। ਸੋ ਤੁਸੀਂ ਉਹ ਚੀਜ਼ ਨੂੰ ਵੀ explain ਕਰ ਸਕਦੇ ਹੋ। So this is actually, I'm sorry for that, but I believe ਕਿ ਮੈਂ ਐਸੇ ਤੁਹਾਡੇ ਨਾਲ discuss ਕਰ ਚੁੱਕੀ ਸੀ ਔਰ now you will get the points। So let's see, and I hope you have understood the points which actually I'm trying to explain। So thank you very much, I'll come soon with the very new essay and few tips on listening, reading as well। So stay tuned and we'll meet again, thank you very much।